ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ 'ਤੇ। ਅੱਜ ਅਸੀਂ ਮਿੱਥ ਕਥਾ ਪ੍ਰਹਲਾਦ ਭਗਤ ਬਾਰੇ ਪੜ੍ਹਾਂਗੇ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਿੱਥ ਕਥਾ ਕੀ ਹੁੰਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਆਪਣੀ ਸੂਝ-ਬੂਝ ਅਨੁਸਾਰ ਕਾਲਪਨਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਇਹਨਾਂ ਨੂੰ ਅਸੀਂ ਮਿੱਥ ਕਥਾਵਾਂ ਕਹਿੰਦੇ ਹਾਂ। ਮਿੱਥ ਕਥਾਵਾਂ ਜਿਹੜੀਆਂ ਉਹ ਕਥਾ ਸਾਹਿਤ ਦਾ ਮੁੱਢਲਾ ਅਤੇ ਮਹੱਤਵਪੂਰਨ ਹਿੱਸਾ ਹਨ। ਇਹ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ ਅਤੇ ਇਹਨਾਂ ਕਥਾਵਾਂ ਵਿੱਚ ਪ੍ਰਕਿਰਤਿਕ ਵਸਤਾਂ, ਰੁੱਖਾਂ, ਜੀਵ ਜੰਤੂਆਂ ਅਤੇ ਫੁੱਲ ਬੂਟਿਆਂ ਨੂੰ ਮਨੁੱਖਾਂ ਵਾਂਗ ਕੰਮ ਅਤੇ ਗੱਲਾਂ ਕਰਦੇ ਦਰਸਾਇਆ ਜਾਂਦਾ ਹੈ। ਇਹਨਾਂ ਵਿੱਚ ਦੇਵੀ ਦੇਵਤਿਆਂ, ਜਿੰਨਾਂ, ਭੂਤਾਂ ਅਤੇ ਦਇਆਂ ਪਰੀਆਂ ਦਾ ਪ੍ਰਵੇਸ਼ ਹੁੰਦਾ ਹੈ। ਇਸ ਦੀ ਤੁਹਾਨੂੰ ਇੱਕ ਮੈਂ ਪਰਿਭਾਸ਼ਾ ਦੱਸ ਦੇਵਾਂ। ਮਿੱਥ ਕਥਾ ਇਸ ਪ੍ਰਕਾਰ ਦੀ ਇੱਕ ਕਹਾਣੀ ਹੁੰਦੀ ਹੈ ਜੋ ਕਿ ਆਮ ਕਰਕੇ ਦੇਵ ਪੁਰਸ਼ ਨਾਲ ਜੁੜੀ ਹੁੰਦੀ ਹੈ ਅਤੇ ਸਮੇਂ ਦੇ ਬੀਤਣ ਨਾਲ ਇਸ ਨਾਲ ਬਹੁਤ ਕੁਝ ਮਿਥਿਆ ਜੁੜ ਚੁੱਕਾ ਹੁੰਦਾ ਹੈ, ਪਰ ਇਸ ਵਿੱਚ ਸੰਬੰਧਿਤ ਜਾਤੀ ਦੀਆਂ ਰਹੁ ਰੀਤਾਂ, ਸੰਸਕਾਰਾਂ ਅਤੇ ਧਾਰਮਿਕ ਸੰਸਥਾਵਾਂ ਦਾ ਵਰਣਨ ਹੁੰਦਾ ਹੈ। ਹੁਣ ਅਸੀਂ ਸਾਡੀ ਪਹਿਲੀ ਮਿੱਥ ਕਥਾ ਪ੍ਰਹਲਾਦ ਭਗਤ ਬਾਰੇ ਪੜ੍ਹਦੇ ਹਾਂ, ਜਿਹਦੇ ਵਿੱਚ ਕੀ ਹੈ ਵੀ ਹਰਨਾਕਸ਼ ਅਤੇ ਪਰਨਾਕਸ਼ ਦੋ ਭਰਾ ਸੀ। ਉਹ ਵਿਕੁੰਠ ਵਿੱਚ ਰਹਿੰਦੇ ਸਨ ਅਤੇ ਦੇਵਤਿਆਂ ਦੇ ਸਰਾਪ ਕਾਰਨ ਇਹਨਾਂ ਨੂੰ ਵਿਕੁੰਠ ਵਿੱਚੋਂ ਨਿਕਲਣਾ ਪਿਆ। ਹਰਨਾਕਸ਼ ਧਰਤੀ ਉੱਤੇ ਰਾਜ ਕਰਨ ਲੱਗਾ, ਪਰ ਪਰਨਾਕਸ਼ ਦੀ ਅਚਾਨਕ ਮੌਤ ਹੋ ਗਈ। ਹਰਨਾਕਸ਼ ਭਾਵੇਂ ਬਲਵਾਨ ਸੀ, ਪਰ ਮੌਤ ਤੋਂ ਬਹੁਤ ਡਰਦਾ ਸੀ। ਮੌਤ ਉੱਤੇ ਕਾਬੂ ਪਾਉਣ ਲਈ ਉਹ ਆਪਣਾ ਰਾਜ ਭਾਗ ਛੱਡ ਕੇ ਹਿਮਾਲਿਆ ਪਰਬਤ ਵਿੱਚ ਪੁੱਜਾ ਅਤੇ ਤਪੱਸਿਆ ਕਰਨ ਲੱਗ ਪਿਆ। ਉਸ ਦੀ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਹਰਨਾਕਸ਼ ਨੇ ਉਹਨਾਂ ਤੋਂ ਕੁਝ ਵਰ ਮੰਗੇ। ਵਰ ਸਨ: ਮੈਂ ਨਾ ਦਿਨ ਨੂੰ ਮਰਾਂ, ਨਾ ਰਾਤ ਨੂੰ ਮਰਾਂ, ਮੈਂ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਮੈਂ ਨਾ ਧਰਤੀ ਉੱਤੇ ਮਰਾਂ, ਨਾ ਆਕਾਸ਼ 'ਤੇ ਮਰਾਂ, ਮੈਂ ਨਾ ਬਿਮਾਰੀ ਨਾਲ ਮਰਾਂ, ਨਾ ਹਥਿਆਰ ਨਾਲ ਮਰਾਂ, ਮੈਂ ਨਾ ਮਨੁੱਖ ਤੋਂ ਮਰਾਂ, ਨਾ ਪਸ਼ੂ ਤੋਂ ਮਰਾਂ। ਪਰਮਾਤਮਾ ਇਹ ਵਰ ਦਿੱਤੇ ਅਤੇ ਹਰਨਾਕਸ਼ ਬੜਾ ਖੁਸ਼ ਹੋਇਆ। ਉਹ ਬੇਖੌਫ ਹੋ ਕੇ ਮੁੜ ਰਾਜ ਕਰਨ ਲੱਗਾ ਅਤੇ ਉਸਨੇ ਹੰਕਾਰ ਵਿੱਚ ਆ ਕੇ ਲੋਕਾਂ ਉੱਤੇ ਜ਼ੁਲਮ ਕਰਨੇ ਆਰੰਭ ਕਰ ਦਿੱਤੇ। ਹੰਕਾਰ ਵਿੱਚ ਉਸਨੇ ਲੋਕਾਂ ਨੂੰ ਪਰਮਾਤਮਾ ਦੀ ਥਾਂ ਆਪਣਾ ਨਾਮ ਜਪਣ ਦਾ ਹੁਕਮ ਦਿੱਤਾ। ਇਸ ਪਿੱਛੋਂ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਪ੍ਰਹਲਾਦ ਰੱਖਿਆ ਗਿਆ। ਪ੍ਰਹਲਾਦ ਨੂੰ ਵੱਡਾ ਹੋ ਕੇ ਪੜ੍ਹਨ ਲਈ ਭੇਜਿਆ ਗਿਆ ਤਾਂ ਉਸ ਨੂੰ ਪਾਂਧੇ ਨੇ ਪਰਮਾਤਮਾ ਦੀ ਥਾਂ ਹਰਨਾਕਸ਼ ਦਾ ਨਾਮ ਜਪਣ ਲਈ ਸਿੱਖਿਆ ਦਿੱਤੀ, ਪਰ ਉਹ ਇਸ ਗੱਲ ਨੂੰ ਨਾ ਸਮਝਦਾ ਹੋਇਆ ਪਰਮਾਤਮਾ ਦਾ ਨਾਮ ਹੀ ਜਪਦਾ ਰਿਹਾ। ਪਾਂਧੇ ਨੇ ਉਸ ਦੇ ਪਿਤਾ ਕੋਲ ਜਾ ਕੇ ਉਸ ਦੀ ਸ਼ਿਕਾਇਤ ਕੀਤੀ ਅਤੇ ਫਿਰ ਹਰਨਾਕਸ਼ ਨੇ ਪ੍ਰਹਲਾਦ ਨੂੰ ਸੱਦ ਕੇ ਪੁੱਛਿਆ ਕਿ ਉਹ ਉਸ ਦਾ ਨਾਮ ਜਪਣ ਦੀ ਥਾਂ ਪਰਮਾਤਮਾ ਦਾ ਨਾਮ ਕਿਉਂ ਜਪਦਾ ਹੈ। ਫਿਰ ਪ੍ਰਹਲਾਦ ਨੇ ਕਿਹਾ ਕਿ ਪਰਮਾਤਮਾ ਸਰਵ ਸ਼ਕਤੀਮਾਨ ਹੈ, ਉਸਨੇ ਸਾਰੀ ਕੁਦਰਤ ਨੂੰ ਰਚਿਆ ਹੈ। ਇਹ ਸੁਣ ਕੇ ਹਰਨਾਕਸ਼ ਨੂੰ ਗੁੱਸਾ ਆ ਗਿਆ ਅਤੇ ਉਸ ਨੂੰ ਡਰ ਪੈ ਗਿਆ ਕਿ ਕਿਤੇ ਹੋਰ ਲੋਕ ਵੀ ਉਸ ਤੋਂ ਬਾਗੀ ਨਾ ਹੋ ਜਾਣ। ਉਸਨੇ ਕੜਕ ਕੇ ਕਿਹਾ, ਸਭ ਤੋਂ ਵੱਧ ਸ਼ਕਤੀਸ਼ਾਲੀ ਮੈਂ ਹਾਂ, ਮੈਨੂੰ ਕੋਈ ਨਹੀਂ ਮਾਰ ਸਕਦਾ, ਮੈਂ ਤੈਨੂੰ ਹੁਣੇ ਮਾਰ ਕੇ ਸੁੱਟ ਸਕਦਾ ਹਾਂ। ਉਸ ਦੀ ਆਵਾਜ਼ ਸੁਣ ਕੇ ਪ੍ਰਹਲਾਦ ਦੀ ਮਾਂ ਉੱਥੇ ਆ ਗਈ। ਉਸਨੇ ਹਰਨਾਕਸ਼ ਨੂੰ ਤਰਲਾ ਕੀਤਾ ਕਿ ਉਹ ਪ੍ਰਹਲਾਦ ਨੂੰ ਨਾ ਮਾਰੇ, ਉਹ ਉਸ ਨੂੰ ਸਮਝਾਉਣ ਦਾ ਯਤਨ ਕਰੇਗੀ, ਪਰ ਪ੍ਰਹਲਾਦ ਨੇ ਉਸ ਦੀ ਕੋਈ ਗੱਲ ਨਾ ਸਮਝੀ। ਉਸਨੇ ਕਿਹਾ ਕਿ ਮਾਂ, ਸਭ ਤੋਂ ਵੱਧ ਸ਼ਕਤੀਸ਼ਾਲੀ ਭਗਵਾਨ ਹੈ, ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ। ਪਿਤਾ ਜੀ ਨੂੰ ਵੀ ਉਸਨੇ ਹੀ ਬਣਾਇਆ ਹੈ। ਅਤੇ ਪ੍ਰਹਲਾਦ ਦਾ ਉੱਤਰ ਸੁਣ ਕੇ ਉਸ ਦੀ ਮਾਂ ਬੇਵੱਸ ਹੋ ਗਈ ਅਤੇ ਪ੍ਰਹਲਾਦ ਨੂੰ ਆਪਣੇ ਦ੍ਰਿੜ ਵਿਸ਼ਵਾਸ ਵਿੱਚ ਦੇਖ ਕੇ ਹਰਨਾਕਸ਼ ਨੂੰ ਹੋਰ ਗੁੱਸਾ ਆ ਗਿਆ। ਉਸਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦੇਣ। ਜਲਾਦ ਪ੍ਰਹਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲੈ ਗਏ, ਪਰ ਜਦੋਂ ਉਹਨਾਂ ਨੇ ਉਸ ਨੂੰ ਸਮੁੰਦਰ ਵਿੱਚ ਸੁੱਟਿਆ ਤਾਂ ਸਮੁੰਦਰ ਦੀ ਇੱਕ ਲਹਿਰ ਨੇ ਪ੍ਰਹਲਾਦ ਨੂੰ ਮੁੜ ਕਿਨਾਰੇ ਉੱਤੇ ਸੁੱਟ ਦਿੱਤਾ। ਜਲਾਦਾਂ ਨੇ ਪ੍ਰਹਲਾਦ ਨੂੰ ਮੁੜ ਸਮੁੰਦਰ ਵਿੱਚ ਸੁੱਟਿਆ, ਪਰ ਉਹ ਫਿਰ ਬਾਹਰ ਆ ਗਿਆ। ਜਲਾਦਾਂ ਨੇ ਆ ਕੇ ਸਾਰੀ ਗੱਲ ਹਰਨਾਕਸ਼ ਨੂੰ ਦੱਸੀ ਅਤੇ ਹਰਨਾਕਸ਼ ਨੇ ਉਹਨਾਂ ਨੂੰ ਪ੍ਰਹਲਾਦ ਨੂੰ ਕਿਸੇ ਉੱਚੇ ਪਰਬਤ ਤੋਂ ਸੁੱਟ ਕੇ ਮਾਰ ਦੇਣ ਲਈ ਕਿਹਾ ਅਤੇ ਇਸ ਤਰ੍ਹਾਂ ਹੀ ਉਹਨਾਂ ਨੇ ਕੀਤਾ ਅਤੇ ਫਿਰ ਉਹ ਇੱਕ ਸੰਘਣੇ ਰੁੱਖ 'ਤੇ ਆ ਡਿੱਗਿਆ ਅਤੇ ਉਸ ਨੂੰ ਕੋਈ ਸੱਟ ਨਾ ਲੱਗੀ। ਫਿਰ ਹਰਨਾਕਸ਼ ਨੇ ਪ੍ਰਹਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸੁੱਟਿਆ, ਪਰ ਹਾਥੀ ਨੇ ਪ੍ਰਹਲਾਦ ਨੂੰ ਕੁਝ ਨਾ ਕਿਹਾ, ਜਾਣੀ ਉਹ ਹਾਥੀ ਦੇ ਕੋਲੋਂ ਵੀ ਬਚ ਗਿਆ। ਹਰਨਾਕਸ਼ ਦੀ ਇੱਕ ਭੈਣ ਸੀ, ਜਿਸ ਦਾ ਨਾਂ ਸੀ ਹੋਲਿਕਾ। ਉਸ ਨੂੰ ਵਰ ਮਿਲਿਆ ਵਾ ਸੀ ਕਿ ਉਹ ਅੱਗ ਉਸ ਨੂੰ ਸਾੜ ਨਹੀਂ ਸਕਦੀ,
ਇਸ ਕਰਕੇ ਹਰਨਾਕਸ਼ ਨੇ ਉਸ ਨਾਲ ਸਲਾਹ ਕੀਤੀ ਕਿ ਤੂੰ ਪ੍ਰਹਿਲਾਦ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਜਾ ਤਾਂ ਕਿ ਪ੍ਰਹਿਲਾਦ ਸੜ ਕੇ ਮਰ ਜਾਵੇ। ਪਰ ਹੋਇਆ ਇਸ ਤਰ੍ਹਾਂ ਕਿ ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ, ਜਾਣੀ ਕਿ ਪ੍ਰਹਿਲਾਦ ਨੂੰ ਉੱਥੇ ਵੀ ਕੁਝ ਨਹੀਂ ਹੋਇਆ। ਹੁਣ ਹਰਨਾਕਸ਼ ਨੂੰ ਹੋਰ ਵੀ ਗੁੱਸਾ ਆ ਗਿਆ ਤੇ ਉਸਨੇ ਇੱਕ ਲੋਹੇ ਦੇ ਥੰਮ ਨੂੰ ਗਰਮ ਕਰਵਾਇਆ ਤੇ ਅੱਗ ਨਾਲ ਲਾਲ ਹੋਏ ਥੰਮ ਕੋਲ ਪ੍ਰਹਿਲਾਦ ਨੂੰ ਖੜਾ ਕਰ ਲਿਆ ਤੇ ਪੁੱਛਿਆ ਕਿ ਹੁਣ ਦੱਸ ਤੇਰਾ ਪਰਮਾਤਮਾ ਕਿੱਥੇ ਹੈ। ਪ੍ਰਹਿਲਾਦ ਨੇ ਉੱਤਰ ਦਿੱਤਾ ਕਿ ਪਰਮਾਤਮਾ ਤਾਂ ਕਣ ਕਣ ਵਿੱਚ ਹੈ ਤੇ ਉਹ ਤੁਹਾਡੇ ਵਿੱਚ ਵੀ ਹੈ, ਮੇਰੇ ਵਿੱਚ ਵੀ ਤੇ ਸਾਡੇ ਸਾਰਿਆਂ ਵਿੱਚ ਹੈ। ਹਰਨਾਕਸ਼ ਨੇ ਪੁੱਛਿਆ ਕੀ ਪਰਮਾਤਮਾ ਇਸ ਸੜਦੇ ਥੰਮ ਵਿੱਚ ਵੀ ਹੈ? ਪ੍ਰਹਿਲਾਦ ਨੇ ਹਾਂ ਵਿੱਚ ਉੱਤਰ ਦਿੱਤਾ। ਤਦ ਉਸਨੇ ਕਿਹਾ ਕਿ ਜੇ ਪਰਮਾਤਮਾ ਇਸ ਸੜਦੇ ਥੰਮ ਵਿੱਚ ਵੀ ਹੈ ਤਾਂ ਤੂੰ ਇਸ ਥੰਮ ਨੂੰ ਜੱਫੀ ਪਾ ਲੈ। ਤੇ ਇੰਨੇ ਵਿੱਚ ਪ੍ਰਹਿਲਾਦ ਨੂੰ ਥੰਮ ਤੇ ਇੱਕ ਕੀੜੀ ਤੁਰਦੀ ਨਜ਼ਰ ਆਈ ਤਾਂ ਉਸਨੇ ਨਿਡਰ ਹੋ ਕੇ ਗਰਮ ਥੰਮ ਨੂੰ ਜੱਫੀ ਪਾ ਲਈ ਤੇ ਉਸ ਦਾ ਕੁਝ ਵੀ ਨਾ ਵਿਗੜਿਆ। ਇਹ ਦੇਖ ਕੇ ਗੁੱਸੇ ਵਿੱਚ ਅੰਨੇ ਹੋਏ ਹਰਨਾਕਸ਼ ਨੇ ਤਲਵਾਰ ਕੱਢ ਲਈ ਤੇ ਪ੍ਰਹਿਲਾਦ ਉੱਤੇ ਵਾਰ ਕੀਤਾ। ਤਲਵਾਰ ਥੰਮ ਵਿੱਚ ਜਾ ਵੱਜੀ ਤੇ ਥੰਮ ਟੁੱਟ ਗਿਆ। ਥੰਮ ਵਿੱਚੋਂ ਪਰਮਾਤਮਾ ਨਰਸਿੰਘ ਰੂਪ ਦੇ ਵਿੱਚ ਪ੍ਰਗਟ ਹੋਇਆ। ਪਰਮਾਤਮਾ ਦਾ ਇਸ ਰੂਪ ਵਿੱਚ ਅੱਧਾ ਧੜ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਸੀ। ਉਹ ਹਰਨਾਕਸ਼ ਨੂੰ ਚੁੱਕ ਕੇ ਦਹਿਲੀਜ਼ ਉੱਤੇ ਬੈਠ ਗਿਆ ਤੇ ਉਸ ਦਾ ਸਿਰ ਆਪਣੇ ਪੱਟਾਂ ਵਿੱਚ ਰੱਖ ਲਿਆ। ਹਰਨਾਕਸ਼ ਨੇ ਨਰਸਿੰਘ ਨੂੰ ਆਪਣੀ ਵਰ ਪ੍ਰਾਪਤੀ ਬਾਰੇ ਦੱਸਿਆ। ਫਿਰ ਨਰਸਿੰਘ ਨੇ ਕਿਹਾ ਕਿ ਉਸ ਨੂੰ ਉਸ ਦੇ ਵਰ ਦੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਮਾਰਿਆ ਜਾ ਰਿਹਾ ਹੈ। ਇਹ ਕਹਿ ਕੇ ਨਰਸਿੰਘ ਨੇ ਹਰਨਾਕਸ਼ ਨੂੰ ਆਪਣੀਆਂ ਨੌਂਦਰਾਂ ਨਾਲ ਮਾਰ ਦਿੱਤਾ। ਇਸ ਸਮੇਂ ਨਾ ਦਿਨ ਸੀ ਨਾ ਰਾਤ, ਬਲਕਿ ਦੋਵੇਂ ਵਕਤ ਮਿਲਦੇ ਸਨ, ਭਾਵ ਸ਼ਾਮ ਦਾ ਸਮਾਂ ਸੀ। ਉਸ ਸਮੇਂ ਹਰਨਾਕਸ਼ ਨਾ ਅੰਦਰ ਸੀ ਤੇ ਨਾ ਬਾਹਰ, ਸਗੋਂ ਦਹਿਲੀਜ਼ ਉੱਤੇ ਸੀ। ਉਹ ਨਾ ਧਰਤੀ ਜਾਂ ਆਕਾਸ਼ 'ਤੇ ਸੀ, ਉਹ ਸਗੋਂ ਨਰਸਿੰਘ ਦੇ ਪੱਟਾਂ ਉੱਤੇ ਸੀ। ਨਾ ਉਹ ਬਿਮਾਰੀ ਨਾਲ ਮਰਿਆ ਨਾ ਹਥਿਆਰ ਨਾਲ ਮਰਿਆ, ਸਗੋਂ ਨਰਸਿੰਘ ਦੀਆਂ ਨੌਂਦਰਾਂ ਨੇ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਉਸ ਨੂੰ ਮਾਰਨ ਵਾਲਾ ਨਾ ਪੂਰਾ ਮਨੁੱਖੀ ਰੂਪ ਵਿੱਚ ਸੀ ਨਾ ਪਸ਼ੂ ਰੂਪ ਵਿੱਚ। ਇਸ ਤਰ੍ਹਾਂ ਹਰਨਾਕਸ਼ ਨੂੰ ਵਰ ਪ੍ਰਾਪਤੀ ਵੀ ਨਾ ਬਚਾ ਸਕੀ ਤੇ ਹਰਨਾਕਸ਼ ਦੇ ਅੰਤ ਮਗਰੋਂ ਪ੍ਰਹਿਲਾਦ ਧਰਤੀ 'ਤੇ ਰਾਜ ਕਰਨ ਲੱਗਾ ਤੇ ਉਸ ਦੇ ਰਾਜ ਵਿੱਚ ਸਾਰੇ ਸੁਖੀ ਹੋ ਗਏ।